हाँ जी स्टूडेंट्स BCA सैकेंड ईयर क्लास अपना अज का टॉपिक हैगा राउटिंग एल्गोरिथम्स। ਆਪਾਂ पढ़ रहे हैं हम डिस्टेंस वेक्टर एल्गोरिथम। This algorithm is known as Bellman-Ford algorithm. In this algorithm, each router maintains a routing table and that contains the best route to each destination. ਜਿੰਨੀਆਂ ਵੀ ਰਾਊਟਰ ਹੁੰਦੇ ਆ ਉਹ ਆਪਣੇ ਅੰਦਰ ਇੱਕ ਰਾਊਟਿੰਗ ਟੇਬਲ ਮੇਨਟੇਨ ਕਰਦੇ ਆ ਜਿਹੜਾ ਬੈਸਟ ਰੂਟ ਫਾਈਂਡ ਆਊਟ ਹੁੰਦਾ ਹੈ ਡੈਸਟੀਨੇਸ਼ਨ ਤੇ ਜਾਣ ਵਾਸਤੇ ਉਹਦੇ ਲਈ। These tables are updated dynamically by exchanging this information with all the neighbor routers. ਜਿੰਨੇ ਨੇੜੇ ਵਾਲੇ ਨਾਲ ਵਾਲੇ ਜਿਹੜੇ ਰਾਊਟਰਸ ਹੋਣਗੇ ਉਹਨਾਂ ਨਾਲ ਇਹ ਟੇਬਲ ਦੀ ਇਨਫੋਰਮੇਸ਼ਨ ਡਾਇਨਾਮਿਕਲੀ ਅਪਡੇਟ ਹੁੰਦੀ ਹੈ ਤੇ ਐਕਸਚੇਂਜ ਹੁੰਦੀ ਹੈ। Every entry in this table correspondent points to information about the router. ਸਾਰੀਆਂ ਰਾਊਟਰ ਦੀ ਇਨਫੋਰਮੇਸ਼ਨ ਹੁੰਦੀ ਹੈ। The entry has two part, ਦੋ ਪਾਰਟ ਹੁੰਦੇ ਆ ਹਰ ਇੱਕ ਐਂਟਰੀ ਦੇ। First is the preferred outgoing line for particular router and the cost of the path, मतलब which one is the shortest, ਕਿਹੜਾ ਛੋਟਾ ਹੋਏਗਾ to the destination। ਇਹ ਦੋ ਚੀਜ਼ਾਂ ਇਹਦੇ ਵਿੱਚ ਧਿਆਨ ਚ ਰੱਖੀਆਂ ਜਾਂਦੀਆਂ ਨੇ। The distance vector routing passes the complete routing table to adjoining routers and the neighbor routers combine the received routing table with their own routing tables to complete the internetworking map. Every router does the following three tasks. ਤਿੰਨ ਕੰਮ ਜਿਹੜੇ ਹੈਗੇ ਆ ਹਰ ਇੱਕ ਰਾਊਟਰ ਪਰਫਾਰਮ ਕਰਦਾ ਹੈ। Each router or a node knows the cost of the link that are directly connected to and saves the stores this information in routing table. ਹਰ ਇੱਕ ਜਿਹੜਾ ਰਾਊਟਰ ਹੈਗਾ ਉਹ ਆਪਣੇ ਲਿੰਕ ਦੀ ਕਾਸਟ ਦੇਖਦਾ ਪਤਾ ਹੁੰਦੀ ਆ ਉਹਨੂੰ ਤੇ ਕਨੈਕਟ ਕਰਦਾ ਉਹਦੇ ਨਾਲ ਤੇ ਫਿਰ ਸਟੋਰ ਕਰਦਾ ਸਾਰੀ ਇਨਫੋਰਮੇਸ਼ਨ ਨੂੰ ਰਾਊਟਿੰਗ ਟੇਬਲ 'ਚ। ਦੂਜਾ ਕੰਮ each router periodically share or send its knowledge or information about the entire network to its neighboring router and receive the routing table of adjacent routers also. ਰਾਊਟਰ ਜਿਹੜੇ ਹੈਗੇ ਆ ਥੋੜੇ ਸਮੇਂ ਬਾਅਦ ਸ਼ੇਅਰ ਕਰਦੇ ਆ ਜਾਂ ਸੈਂਡ ਕਰਦੇ ਆ ਆਪਣੀ ਨੌਲੇਜ ਤੇ ਇਨਫੋਰਮੇਸ਼ਨ ਅਬਾਊਟ ਦ ਨੈਟਵਰਕ ਟੂ ਦੇਅਰ ਆਪਣੇ ਗਵੰਡੀ ਰਾਊਟਰਸ ਦੇ ਨਾਲ। ਥਰਡ ਪੁਆਇੰਟ ਇਜ਼ ਬੇਸਡ ਔਨ ਦ ਇਨਫੋਰਮੇਸ਼ਨ ਰਾਊਟਰ ਅਪਡੇਟਸ ਇਟਸ ਓਨ ਰਾਊਟਿੰਗ ਟੇਬਲ। ਰਾਊਟਰ ਜਿਹੜਾ ਆਪਣਾ ਹੀ ਰਾਊਟਿੰਗ ਟੇਬਲ ਕ੍ਰੀਏਟ ਕਰਦਾ। ਨੈਕਸਟ ਹੈਗੀ ਇਹਦੀ ਐਗਜ਼ਾਮਪਲ assume the cost of every link is 1 unit as shown in this figure। ਇਸ ਦੇ ਵਿੱਚ A B C D E F ਤੇ G ਇਹ ਸਾਰੀਆਂ ਜਿਹੜੇ ਹੈਗੀਆਂ ਨੋਡਸ ਹੈਗੀਆਂ ਨੇ ਤੇ ਆਪਾਂ ਜਿਵੇਂ ਪਹਿਲਾਂ ਪੜ੍ਹਿਆ ਹੈਗਾ ਇਹ ਸਾਰੇ ਆਰਕ ਹੈਗੇ। All nodes or a router send the information to the entire network to its neighboring nodes. For example, one node say D sends the information about the entire network to C G as shown in this figure। कि जे D है वो C ਨੂੰ ਵੀ ਆਪਣੀ ਇਨਫੋਰਮੇਸ਼ਨ ਸੈਂਡ ਕਰੇਗਾ ਤੇ G ਨੂੰ ਵੀ ਤੇ ਜੇ G ਹੈ ਉਹ D ਨੂੰ ਵੀ ਸੈਂਡ ਕਰੇਗਾ F ਨੂੰ ਵੀ। A ਹੈ ਉਹ F ਨੂੰ ਵੀ ਸੈਂਡ ਕਰੇਗਾ C ਨੂੰ ਵੀ ਸੈਂਡ ਕਰੇਗਾ B ਨੂੰ ਵੀ ਸੈਂਡ ਕਰੇਗਾ ਤੇ E ਨੂੰ ਵੀ ਸੈਂਡ ਕਰੇਗਾ। Initially, we can represent each node's knowledge about the distance to all other the nodes as a routing table in this table। ਹਾਂਜੀ ਹੁਣ ਇਹਦੇ 'ਚ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ A B ਨੂੰ ਸੈਂਡ ਕਰੇਗਾ ਤਾਂ ਇੱਥੇ 1 ਮਾਰਕ ਆ ਤਾਂ ਇਹਦਾ ਮਤਲਬ ਕੀ ਹੈ ਜੇ ਫਸਟ ਰਾਊਟਰ A ਦੀ ਆਪਾਂ ਇਨਫੋਰਮੇਸ਼ਨ ਲੈਣੀ ਹੋਏਗੀ ਤਾਂ ਉਸ ਇਨਫੋਰਮੇਸ਼ਨ 'ਚ A to B 1 ਹੋਏਗਾ, A to C ਇਨਫੋਰਮੇਸ਼ਨ ਜਾਏਗੀ 1 ਹੋਏਗਾ, A to E ਇਨਫੋਰਮੇਸ਼ਨ ਜਾਏਗੀ 1 ਹੋਏਗਾ, A to F ਇਨਫੋਰਮੇਸ਼ਨ ਜਾਏਗੀ ਤਾਂ ਵੀ 1 ਹੋਏਗਾ। ਤੇ ਜੇ ਅਸੀਂ F ਰਾਊਟਰ ਦੀ ਗੱਲ ਕਰੀਏ F ਰਾਊਟਰ ਸਿਰਫ A ਨੂੰ ਸੈਂਡ ਕਰੇਗਾ 1 ਤੇ G ਨੂੰ ਸੈਂਡ ਕਰੇਗਾ 1। ਉਵੇਂ G ਹੈਗਾ G D ਤੇ F ਨੂੰ 1 ਤੇ 1 ਹੋਏਗਾ ਮਾਰਕ। D ਦੇਖਾਂਗੇ ਤਾਂ D C ਤੇ G ਨੂੰ ਮਾਰਕ ਕਰੇਗਾ 1 ਤੇ 1 ਮਾਰਕ ਹੋਏਗਾ। ਜੇ ਅਸੀਂ C ਨੂੰ ਦੇਖਾਂਗੇ C B ਦੀ ਇਨਫੋਰਮੇਸ਼ਨ B ਨੂੰ ਇਨਫੋਰਮੇਸ਼ਨ ਸੈਂਡ ਕਰੇਗਾ 1, D ਨੂੰ ਇਨਫੋਰਮੇਸ਼ਨ ਸੈਂਡ ਕਰੇਗਾ 1 ਤੇ C A ਨੂੰ ਇਨਫੋਰਮੇਸ਼ਨ ਸੈਂਡ ਕਰੇਗਾ 1। ਤੇ ਜੇ ਅਸੀਂ E ਦਾ ਦੇਖੀਏ E ਸਿੰਗਲ ਹੋਏਗਾ E ਸਿਰਫ ਤੇ ਸਿਰਫ A ਨੂੰ ਇਨਫੋਰਮੇਸ਼ਨ ਸੈਂਡ ਕਰੇਗਾ।
ਇਹਦੇ ਨਾਲ ਐਡਜੈਸੈਂਟ ਹੋਰ ਕੋਈ ਨਹੀਂ ਹੈਗਾ। ਐਫ ਦੇਖਾਂਗੇ, ਐਫ ਏ ਨੂੰ ਕਰੇਗਾ 1 ਤੇ ਜੀ ਨੂੰ ਕਰੇਗਾ 1। ਉਵੇਂ ਬੀ ਜਿਹੜਾ ਸੀ ਨੂੰ ਕਰੇਗਾ 1 ਤੇ ਏ ਨੂੰ ਕਰੇਗਾ 1। ਹੁਣ ਆਪਾਂ ਆਹ ਨੀਚੇ ਇੱਕ ਰਾਊਟਿੰਗ ਟੇਬਲ ਬਣਿਆ ਹੋਇਆ, ਇਹਦੇ ਵਿੱਚ ਦੇਖੋ ਤੁਸੀਂ ਆਪਣੀ ਇਸੇ ਹੀ ਡਾਇਗਰਾਮ ਦੇ ਅਕੋਰਡਿੰਗ ਆਪਾਂ ਏ ਨੂੰ ਦੇਖਿਆ ਸੀ, ਏ ਇਨਫੋਰਮੇਸ਼ਨ ਕਿਹਨੂੰ ਸੈਂਡ ਕਰ ਸਕਦਾ ਸੀ, ਬੀ ਨੂੰ, ਸੀ ਨੂੰ, ਈ ਨੂੰ ਤੇ ਐਫ ਨੂੰ। ਜਿੱਥੇ ਜਿੱਥੇ ਇਨਫੋਰਮੇਸ਼ਨ ਸੈਂਡ ਕਰ ਸਕਦਾ ਸੀ ਉੱਥੇ ਉੱਥੇ 1 ਮਾਰਕ ਹੋਏ ਹੋਏ ਆ, ਤੇ ਜਿੱਥੇ ਨਹੀਂ ਮਾਰਕ ਸੈਂਡ ਕਰ ਸਕਦਾ ਸੀ ਉੱਥੇ ਕੁਐਸਚਨ ਮਾਰਕ। ਜਿਵੇਂ ਡੀ ਤੇ ਜੀ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ, ਏ ਦਾ ਆਪਣਾ ਏ ਦਾ ਮਾਰਕ ਕਿੰਨਾ ਹੋਏਗਾ 0, ਠੀਕ ਹੈ। ਦੈਨ ਉਵੇਂ ਬੀ ਨੂੰ ਆ ਗਿਆ, ਬੀ ਜਿਹੜਾ ਏ ਨੂੰ ਸੈਂਡ ਕਰੇਗਾ ਇਨਫੋਰਮੇਸ਼ਨ ਤਾਂ 1 ਆ, ਆਪਣਾ ਉਹਦਾ 0 ਹੋਏਗਾ, ਸੀ ਨੂੰ ਸੈਂਡ ਕਰੇਗਾ 1 ਆ, ਬਾਕੀ ਚਾਰਾਂ ਨਾਲ ਕੋਈ ਕਨੈਕਸ਼ਨ ਨਹੀਂ ਤਾਂ ਉੱਥੇ ਕੁਐਸਚਨ ਮਾਰਕ ਆ। ਉਵੇਂ ਹੀ ਸੀ ਦਾ, ਸੀ ਸੈਂਡ ਕਰੇਗਾ ਏ ਨੂੰ, ਬੀ ਨੂੰ ਤੇ ਡੀ ਨੂੰ, ਆਪਣਾ ਸੀ ਦਾ 0 ਮਾਰਕ ਹੈਗਾ ਤੇ ਈ ਐਫ ਤੇ ਜੀ ਦੇ ਨਾਲ ਸੀ ਦਾ ਕੋਈ ਕਨੈਕਸ਼ਨ ਨਹੀਂ। ਸੇਮ ਇਸੇ ਹੀ ਟੇਬਲ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ, ਇਹ ਹੈਗਾ ਰਾਊਟਿੰਗ ਟੇਬਲ ਡਿਸਟੈਂਸ ਟੂ ਈਚ ਨੋਡ। ਹਰ ਇੱਕ ਨੋਡ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਅਸੀਂ ਕਿਵੇਂ ਚੈੱਕ ਕਰਨੀ ਹੈ। ਹੁਣ ਇਹਦੇ ਵਿੱਚ ਕੀ ਹੈਗਾ, ਨੋਟ ਦੈਟ ਈਚ ਨੋਡ ਓਨਲੀ ਨੋਜ਼ ਦ ਇਨਫੋਰਮੇਸ਼ਨ ਔਨ 1 ਰੋ ਆਫ ਦਾ ਟੇਬਲ। ਨਾਓ ਫॉर ਐਗਜ਼ਾਮਪਲ ਏ ਜਿਹੜਾ ਇਨਫੋਰਮੇਸ਼ਨ ਸੈਂਡ ਕਰੇਗਾ ਬੀ ਸੀ ਤੇ ਈ ਨੂੰ ਤੇ ਐਫ ਨੂੰ, ਠੀਕ ਹੈ। ਉਵੇਂ ਹੀ ਜਿਹੜੇ ਰੈਸੀਪੈਂਟ ਹੈ ਬੀ ਲਰਨ ਫਰੋਮ ਦਾ ਏ ਨੋਡ ਈ ਕਿਹੜੀ ਕੋਸਟ ਹੋਏਗੀ, ਬੀ ਆਲਸੋ knows in each a cost of b and these get cost reaching e by means a b records it can reach the cost by 2 going through the a. After every node has exchanged a few updates with its directly connected neighbors, all the neighbors will know the least cost path to all the other nodes shown in table 4.3। ਡਿਸਟੈਂਸ ਕਿੰਨਾ ਹੋਏਗਾ, ਦੇਖੋ ਹੁਣ ਏ ਦਾ ਡਿਸਟੈਂਸ ਕੀ ਹੈ ਕਿ ਜਿਵੇਂ ਹੁਣ ਏ 0 ਹੈਗਾ, ਏ ਨੇ ਬੀ ਤੇ ਸੀ ਦੋਨਾਂ ਦਾ 1 ਤੇ 1, ਤੇ ਡੀ ਤੱਕ ਪਹੁੰਚਣ ਵਾਸਤੇ ਇਹਨੂੰ ਕਿੰਨੇ ਹੌਪ ਚਾਹੀਦੇ ਹੈਗੇ ਆ 2, ਤਾਂ ਡਿਸਟੈਂਸ ਕਿੰਨਾ ਕਵਰ ਕਰੇਗਾ 2 ਦਾ। ਹੁਣ ਜਿਹੜਾ ਡੀ ਹੈ ਉਹ ਈ ਤੇ ਐਫ ਤੱਕ ਕਿਵੇਂ ਜਾਏਗਾ, ਜਾਂ ਐਫ ਦਾ ਕਿੰਨਾ 1 ਆ ਕੋਸਟ, ਈ ਦੀ ਕਿੰਨੀ ਕੋਸਟ ਆ 1, ਤਾਂ ਜੀ ਤੱਕ ਪਹੁੰਚਣ ਲਈ ਉਹਨਾਂ ਨੂੰ 2 ਕੋਸਟ ਚਾਹੀਦੀ ਹੈ। ਸੇਮ ਉਵੇਂ ਹੀ ਏ ਨੇ ਬੀ ਨੂੰ ਸੈਂਡ ਕਰਨਾ ਹੈ ਤਾਂ 1, ਠੀਕ ਹੈ, ਬੀ ਦਾ ਆਪਣਾ 0 ਹੈ, ਬੀ ਦਾ ਸੀ ਦੇ ਨਾਲ ਹੈ ਤਾਂ 2। ਜੇ ਉਹਨੇ ਡੀ ਤੱਕ ਪਹੁੰਚਣਾ ਤਾਂ ਵੀ ਉਹਨੂੰ 2 ਦਾ ਡਿਸਟੈਂਸ ਹੈ, ਈ ਤੱਕ ਜਾਣਾ ਤਾਂ ਵੀ ਉਹ 2 ਦਾ ਡਿਸਟੈਂਸ ਮੇਅਰ ਕਰੇਗਾ, ਐਫ ਤੱਕ ਜਾਣਾ ਤਾਂ 2 ਦਾ, ਜੇ ਜੀ ਤੱਕ ਜਾਣਾ ਤਾਂ 3 ਦਾ ਡਿਸਟੈਂਸ ਕਾਊਂਟ ਕਰੇਗਾ। ਸੇਮ ਇਵੇਂ ਹੀ ਆ ਸਾਰੇ ਦਾ ਸਾਰਾ ਟੇਬਲ ਇੱਦਾਂ ਹੀ ਜਨਰੇਟ ਹੋਇਆ। ਇਹਨੂੰ ਪੜ੍ਹੋ, ਸਮਝੋ, ਤੇ ਜੇ ਕੋਈ ਕੁਐਸਚਨ ਹੁੰਦਾ ਤਾਂ ਮੈਨੂੰ ਪੁੱਛ ਸਕਦੇ ਹੋ। In practice, each node forwarding table consists the set of triples of the form destination, cost ਤੇ ਉਹਦਾ next hop। 4.4 ਟੇਬਲ ਦੇ ਵਿੱਚ ਰਾਊਟਿੰਗ ਟੇਬਲ ਮੇਨਟੇਨ ਐਟ ਦਾ ਨੋਡ ਆਫ ਬੀ ਨੋਡ ਨੇ ਜਿਹੜਾ ਆਪਣਾ ਹੌਪਿੰਗ ਟੇਬਲ ਬਣਾਇਆ ਉਹਦੇ ਵਿੱਚ ਕੀ ਹੈ, A cost 1 ਹੈ, next hop A ਹੈ, C cost 1 ਹੈ, next hop C ਹੈ, D cost 2 ਹੈ ਤਾਂ next hop ਕਿਹੜਾ ਹੋਏਗਾ ਉਹਦਾ C, E ਹੈ, E ਤੱਕ ਪਹੁੰਚਣ ਦੇ ਲਈ B ਨੂੰ 2 ਜਿਹੜੇ ਹੈਗੇ ਆ ਹੌਪ ਲੱਗਣਗੇ ਤੇ ਸਟਾਰਟਿੰਗ ਹੌਪ ਕਿਹੜਾ ਹੋਏਗਾ A ਹੋਏਗਾ। F ਤੱਕ ਪਹੁੰਚਣ ਲਈ 2 ਜਿਹੜੇ ਆ ਕੋਸਟ ਲੱਗੇਗੀ ਤਾਂ ਨੈਕਸਟ ਹੌਪ ਕਿਹੜਾ ਹੋਏਗਾ A। G ਤੱਕ ਜਾਣ ਲਈ 3 ਹੌਪ ਲੱਗਣਗੇ ਤਾਂ ਨੈਕਸਟ ਹੌਪ ਕਿਹੜਾ ਹੋਏਗਾ A, ਠੀਕ ਹੈ। ਸੋ ਇਸੇ ਤਰ੍ਹਾਂ ਆਪਾਂ ਹਰ ਇੱਕ ਨੋਡ ਦਾ ਰਾਊਟਿੰਗ ਹੂਪ ਜਿਹੜਾ ਹੈਗਾ ਉਹਨੂੰ ਲੱਭ ਸਕਦੇ ਹਾਂ, ਠੀਕ ਹੈ। ਇਹਨੂੰ ਰੀਡ ਕਰੋ, ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਸੋ ਅੱਜ ਦਾ ਲੈਕਚਰ ਆਪਣਾ ਇੰਨਾ ਹੀ ਹੈ। ਥੈਂਕ ਯੂ।